सत श्री अकाल भाई, थैंक यू सो मच फॉर हैविंग मी एंड ऑनरेबल सीएम कैप्टन अमरिंदर सर, थैंक यू सो मच। How are you, Sonojit? ठीक हो गुड ਤੁਸੀਂ? जी जी। और Good, well. ਜਦੋਂ ਹੀ ਮੁਲਾਕਾਤ ਹੁੰਦੀ ਹੈ ਆਈ ਗੈਟ ਮੋਰ ਚਾਰਜਡ ਅਪ ਔਨ ਮਾਈ ਟੋਜ਼। ਬੜਾ ਅੱਛਾ ਲੱਗਦਾ ਹੈ ਜਦੋਂ ਮੈਂ ਦੇਖਦਾ ਕਿ ਪੰਜਾਬ ਦੇ ਵਿੱਚ ਇੰਨੇ ਵੱਡੀ ਮਾਤਰਾ ਦੇ ਇੰਨੇ ਲੋਕੀ ਬਾਹਰ ਆ ਕੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ। ਮੈਂ ਮੇਰੀ ਮੋਗੇ ਸਿਸਟਰ ਰਹਿੰਦੀ ਹੈ ਮਾਲਵਿਕਾ ਸੁਸੱਚਰ, ਮੈਂ ਉਹਨਾਂ ਨਾਲ ਵੀ ਗੱਲ ਕਰ ਰਿਹਾ ਸੀ। ਉਹ ਬੜੇ ਲੋਕਾਂ ਨੂੰ ਪੁਸ਼ ਕਰਕੇ ਵੈਕਸੀਨ ਬੜਾ ਪੁਸ਼ ਕਰ ਰਹੀ ਸੀ ਕਿ ਐਸੀ ਵੈਕਸੀਨੇਸ਼ਨ ਡਰਾਈਵ ਕਰੀਏ ਕਿ ਜਿਹੜੀ ਇਤਿਹਾਸ ਕ੍ਰੀਏਟ ਕਰਦੇ ਪੂਰੇ ਸਟੇਟਸ ਲਈ। ਮੈਂ ਅੱਜ ਸਵੇਰੇ ਹੀ ਭਾਰਤ ਬਾਇਓਟੈਕ ਦੇ ਜਿਹੜੇ ਓਨਰਸ ਨੇ ਉਹਨਾਂ ਨਾਲ ਗੱਲ ਕੀਤੀ ਕਿ ਪੰਜਾਬ ਨੂੰ ਕਿੱਦਾਂ ਜ਼ਿਆਦਾ ਵੈਕਸੀਨੇਸ਼ਨ ਮਿਲ ਸਕਦੀ ਹੈ, ਔਰ ਉਹਨਾਂ ਨੇ ਕਿਹਾ ਕਿ ਸੋਨੂੰ ਤੁਸੀਂ ਹੋ, ਅਸੀਂ ਤੁਹਾਡੇ ਨਾਲ, ਅਸੀਂ ਜਿਹੜੀਆਂ ਗਵਰਨਮੈਂਟਸ ਨੂੰ ਦੇ ਰਹੇ ਹਾਂ, ਬਟ ਤੁਸੀਂ ਹੋ, ਅਸੀਂ ਹੋਰ ਅੱਗੇ ਲੱਗ ਕੇ ਮੈਕਸਿਮਮ ਟੂ ਮੈਕਸਿਮਮ ਕਰਾਂਗੇ। ਔਰ ਸਾਡੇ ਮੋਗੇ ਦੇ ਡੀਸੀ ਸਾਹਿਬ ਸੰਦੀਪ ਹੰਸ ਜੀ ਨਾਲ ਮੈਂ ਹਰ ਰੋਜ਼ ਇਸ ਬਾਰੇ ਗੱਲ ਹੁੰਦੀ ਕਿ ਕਿਸ ਤਰ੍ਹਾਂ ਅਸੀਂ ਆਸ-ਪਾਸ ਦੇ ਪਿੰਡਾਂ ਦੇ ਵਿੱਚ ਮੈਕਸਿਮਮ ਅਵੇਅਰਨੈਸ ਕਰਵਾ ਸਕੀਏ, ਵੈਕਸੀਨੇਸ਼ਨ ਕਰਵਾ ਸਕੀਏ। ਮੈਂ ਵੀ ਉਹਦੇ ਵਿੱਚ ਹਿੱਸਾ ਪਾਣਾ ਚਾਹਾਂਗਾ ਕਿ ਆਪਾਂ ਕੀ ਹੁੰਦਾ ਹਮੇਸ਼ਾ ਇੱਕ ਫਿਤਰਤ ਹੁੰਦੀ ਹੈ ਇੱਕ ਕਾਮਨ ਇਨਸਾਨ ਦੀ ਕਿ ਉਹ ਹਰ ਚੀਜ਼ ਸਰਕਾਰ ਦੇ ਉੱਤੇ ਪਾਉਂਦਾ ਕਿ ਯਾਰ ਸਰਕਾਰ ਕਰੇ, ਉਹ ਕਰੇ। ਮੈਨੂੰ ਲੱਗਦਾ ਕਿ ਜਿਹੜੇ ਲੋਕ ਇਸ ਲਾਇਕ ਹੈ ਕਿ ਉਹ ਅੱਗੇ ਵੱਧ ਕੇ ਆਪਣਾ ਯੋਗਦਾਨ ਪਾ ਸਕਦੇ, ਉਹਨਾਂ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ ਕਿ ਇਹ ਪਿੰਡ ਹੈ, ਚਲੋ ਤੁਸੀਂ ਅੱਧੀ ਜੇ ਸਰਕਾਰ ਵੈਕਸੀਨੇਸ਼ਨ ਕਰ ਰਹੀ ਹੈ, ਅਸੀਂ ਭਾਰ ਚੱਕਾਂਗੇ, ਜ਼ਿਆਦਾ ਵੈਕਸੀਨੇਸ਼ਨ ਕਰਾਵਾਂਗੇ। ਕਾਰਪੋਰੇਟਸ ਨੇ, ਕੰਪਨੀਜ਼ ਨੇ, ਸੀਆਸਰ ਜਿਸ ਤਰ੍ਹਾਂ ਦੇ ਨੇ, ਆਈ ਥਿੰਕ ਐਵਰੀਵਨ ਨੀਡਸ ਟੂ ਕਮ ਫਾਰਵਰਡ ਟੂ ਇਨਸਪਾਇਰ ਅਦਰਸ। ਤੋ ਉਹਦੇ ਲਈ ਮੈਂ ਸਰ ਅੱਜ ਹੀ ਸਵੇਰੇ ਜਦੋਂ ਮੈਂ ਉਹਨਾਂ ਨਾਲ ਮੀਟਿੰਗ ਕੀਤੀ, ਅੱਜ ਸ਼ਾਮੀ ਮੇਰੀ ਫਿਰ ਉਹਨਾਂ ਦੇ ਓਨਰਸ ਦੇ ਡਾਕਟਰ ਇਲਾ ਉਹਨਾਂ ਨੇ ਮੀਟਿੰਗ ਨੇ ਕਿ ਕਿਸ ਤਰ੍ਹਾਂ ਆਪਾਂ ਪੰਜਾਬ ਦੇ ਵਿੱਚ ਜ਼ਿਆਦਾ ਵੈਕਸੀਨੇਸ਼ਨ ਲੈ ਕੇ ਆ ਸਕਦੇ। ਤਾਂ ਮੈਂ ਡੈਫੀਨੇਟਲੀ ਪੋਸਟ ਕਰਾਂਗਾ ਸਰ ਉਹਦੇ ਬਾਰੇ। ਉਸ ਤੋਂ ਇਲਾਵਾ ਮੈਂ ਵੀ ਡੀਸੀ ਸਾਹਿਬ ਸੰਦੀਪ ਜੀ ਨਾਲ ਜਿੰਮਾ ਚੱਕਿਆ ਕਿ ਤੁਸੀਂ ਮੇਰੇ ਉੱਤੇ ਮੇਰੇ ਹੱਕ ਦੇ ਵਿੱਚ, ਮੇਰੇ ਹਿੱਸੇ ਦੇ ਵਿੱਚ ਪਾਓ ਵੈਕਸੀਨੇਸ਼ਨ, ਤਾਂ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਵੈਕਸੀਨੇਸ਼ਨ ਮੈਂ ਵੀ ਕਰਵਾ ਸਕਾਂ ਆਪਣੇ ਲੈਵਲ ਤੇ। ਔਰ ਇੱਕ ਐਗਜ਼ਾਮਪਲ ਸੈੱਟ ਕਰੀ ਸੀ ਦੂਸਰੀ ਸਟੇਟਸ ਨਾਲ ਕਿ ਕਿਸ ਤਰ੍ਹਾਂ ਪੰਜਾਬ ਨੇ ਸਾਰੇ ਇਕੱਠੇ ਹੋ ਕੇ ਇੰਨੀ ਵੱਡੀ ਵੈਕਸੀਨੇਸ਼ਨ ਡਰਾਈਵ ਕੀਤੀ ਹੈ। ਉਹ ਆਈ ਥਿੰਕ ਉਹ ਬਹੁਤ ਸੇਫ ਕਰੂਗੀ। ਔਰ ਮੈਂ ਜਿੰਨੇ ਯੂਥ ਹੈ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ, ਮੈਂ ਵੈਕਸੀਨ ਲਿੱਤੀ ਸੀ ਔਰ ਮੈਂ 5 ਦਿਨ ਦੇ ਵਿੱਚ ਹੀ ਮੈਂ ਵਾਪਸ ਨੈਗੇਟਿਵ ਹੋ ਗਿਆ ਸੀ। ਆਈ ਥਿੰਕ ਵੈਕਸੀਨ ਕੰਮ ਬਹੁਤ ਕਰਦੀ ਹੈ, ਇਸ ਲਈ ਅਵੇਅਰਨੈਸ ਲੈ ਕੇ ਆਉਣੀ ਬਹੁਤ ਜ਼ਰੂਰੀ ਹੈ। ਹਰ ਪਿੰਡਾਂ 'ਚ ਜਿਵੇਂ ਲੋਕੀ ਕਈ ਵਾਰ ਡਰਦੇ ਨੇ ਵੈਕਸੀਨ ਲੈਣ ਨੂੰ, ਆਈ ਥਿੰਕ ਇਫ ਵੀ ਬ੍ਰਿੰਗ ਦੈਟ ਅਵੇਅਰਨੈਸ ਤੇ ਉਹਨਾਂ ਨੂੰ ਕੌਨਫੀਡੈਂਸ ਹੋਊਗਾ ਕਿ ਕਿੰਨੀ ਜ਼ਰੂਰੀ ਹੈ ਵੈਕਸੀਨ ਲੈਣਾ। ਆਈ ਥਿੰਕ ਉਹ ਬੜਾ ਇੰਪੋਰਟੈਂਟ ਹੈ। ਮੈਂ ਪਿੱਛੇ ਕਰੀਬਨ 1 ਲੱਖ ਦੇ ਕਰੀਬ ਮਾਸਕ ਔਰ ਸੈਨੀਟਾਈਜ਼ਰਸ ਭੇਜੇ ਸੀ ਮੋਗੇ 'ਚ, ਸਾਰੇ ਪਿੰਡਾਂ 'ਚ ਵੰਡੇ ਵੀ ਮੇਰੀ ਸਿਸਟਰ ਨੇ ਜਾ ਕੇ। ਕਨਸੈਂਟਰੇਟਰਸ ਤਕਰੀਬਨ 750 ਕਨਸੈਂਟਰੇਟਰਸ ਦੀ ਡਰਾਈਵ ਸ਼ੁਰੂ ਕੀਤੀ ਹੈ ਟੋਲ ਫ੍ਰੀ ਨੰਬਰ ਨਾਲ ਸਾਰੇ ਦੇਸ਼ ਭਰ ਦੇ ਵਿੱਚ ਕਿ ਕਿਤੇ ਵੀ ਤੁਸੀਂ ਫੋਨ ਕਰੋ, ਪੰਜਾਬ ਦੇ ਵਿੱਚ ਕਿਤੇ ਵੀ ਪਿੰਡਾਂ 'ਚ ਫੋਨ ਕਰਨ, ਉਹ ਅਵੇਲੇਬਲ ਹੈ। ਮੋਗੇ 'ਚ ਮੈਂ ਪਹੁੰਚਾ ਚੁੱਕਿਆ, ਹੋਰ ਵੀ ਮੈਂ ਅੱਜ ਭੇਜ ਰਿਹਾ ਤੇ ਤਾਂ ਕਿ ਕਦੀ ਵੀ ਕਦੀ ਜ਼ਰੂਰਤ ਪੜੇ ਤੇ ਅਸੀਂ ਅਵੇਲੇਬਲ ਰਹਿਣ ਔਰ ਲੋੜ ਨਾ ਪਈ। ਜਿਸ ਤਰ੍ਹਾਂ ਦੂਸਰੇ ਅਸੀਂ ਸਟੇਟਸ ਦੇ ਵਿੱਚ ਦੇਖਿਆ, ਜਦੋਂ ਮੈਂ ਦੂਸਰੀ ਸਟੇਟਸ ਹੈਲਪ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਮੈਂ ਦੇਖਿਆ ਕਿ ਆਕਸੀਜਨ ਦੀ ਬੜੀ ਕਮੀ ਦੇ ਕਾਰਨ ਲੋਕਾਂ ਨੇ ਬਹੁਤ ਸਫਰ ਕੀਤਾ। ਆਪਾਂ ਖੁਸ਼ਕਿਸਮਤ ਹੈ ਪੰਜਾਬ ਦੇ ਵਿੱਚ ਅੰਡਰ ਯੂਰ ਲੀਡਰਸ਼ਿਪ ਕਿ ਆਪਾਂ ਨੂੰ ਉਹ ਤਕਲੀਫਾਂ ਨਹੀਂ ਆਈਆਂ ਐਂਡ ਵੀ ਵਰ ਏਬਲ ਟੂ ਮੈਨੇਜ ਦੈਟ। ਤੇ ਹੋਰ ਮੈਂ ਸਰ ਇੱਕ ਹੋਰ ਕਹਿਣਾ ਚਾਹੁੰਦਾ ਕਿ ਪਿਛਲੇ ਸਾਰਿਆਂ ਨੇ ਦੇਖਿਆ ਮੈਂ ਆਕਸੀਜਨ ਪਲਾਂਟਸ ਵੀ ਲੈ ਕੇ ਆ ਰਹੇ ਹਾਂ ਕਈ ਸਟੇਟਸ। ਮੈਂ ਪੰਜਾਬ ਦੇ ਵਿੱਚ ਵੀ ਮੋਗੇ ਵਿੱਚ ਉਹਨਾਂ ਨੂੰ ਕੀਤਾ ਕਿ ਮੈਂ ਪਹਿਲਾਂ ਜਿਹੜਾ ਪਲਾਂਟ ਹੈ ਆਕਸੀਜਨ ਪਲਾਂਟ ਸਿਵਲ ਹਸਪੀਟਲ ਮੋਗੇ ਦੇ ਵਿੱਚ, ਜਿਹੜੀ ਵੀ ਥਾਂ ਤੇ ਲੱਗਦਾ ਹੈ ਕਿ ਉਹਦੀ ਇਨਫਰਾਸਟ੍ਰਕਚਰ ਦੀ ਜ਼ਰੂਰਤ ਹੈ, ਉੱਥੇ ਪਹਿਲਾਂ ਆਕਸੀਜਨ ਪਲਾਂਟ ਮੈਂ ਆਪਣੇ ਵੱਲੋਂ ਕਰਨਾ ਚਾਹੁੰਦਾ। ਔਰ ਹੋਰ ਵੀ ਜੇ ਸਟੇਟਸ ਦੇ ਵਿੱਚ ਜਿਹੜੇ ਹਸਪਤਾਲਾਂ 'ਚ ਕਦੀ ਲੱਗਦਾ ਹੈ ਕਿ ਇਹ ਸੁਵਿਧਾ ਨਹੀਂ ਆ ਪਾਊਗੀ ਕਿਉਂਕਿ ਹੋਰ ਪ੍ਰਾਇਓਰਿਟੀਜ਼ ਬਹੁਤ ਹੋਣਗੀਆਂ ਤੇ ਆਈ ਵੁੱਡ ਲਾਈਕ ਟੂ ਬੀ ਅ ਪਾਰਟ ਆਫ ਇਟ। ਅਸੀਂ ਮਿਲ ਕੇ ਆਈ ਥਿੰਕ ਉਹ ਅਵੇਅਰਨੈਸ ਲੈ ਕੇ ਆਈਏ ਤੇ ਦੈਟ ਵਿਲ ਬੀ ਵੈਰੀ ਨਾਈਸ। ਇਟ ਵਿਲ ਬੀ ਅ ਪਰਮਾਨੈਂਟ ਸੋਲੂਸ਼ਨ ਕਿ ਜ਼ਿੰਦਗੀ ਭਰ ਕਦੀ ਉਹ ਤਕਲੀਫ ਆਏਗੀ ਨਹੀਂ। ਤਾਂ ਆਈ ਥਿੰਕ ਇਹ ਟਾਈਮ ਆ ਗਿਆ ਸਰ। ਕਹਿੰਦੇ ਬਚਪਨ 'ਚ ਅਸੀਂ ਸੁਣਦੇ ਹੁੰਦੇ ਸੀ ਕਿ ਐਗਜ਼ਾਮ ਦਾ ਟਾਈਮ ਆਇਆ ਔਰ ਆਪਾਂ ਨੂੰ ਵੀ ਆਲ ਹੈਵ ਟੂ ਐਕਸਲ। ਆਈ ਥਿੰਕ ਇਹ ਐਗਜ਼ਾਮ ਸਾਡੇ ਸਾਰਿਆਂ ਦਾ, ਅਸੀਂ ਸਭ ਲੋਕ ਬੈਠੇ ਐਂਡ ਵੀ ਨੀਡ ਟੂ ਐਕਸਲ ਵਿਦ ਗ੍ਰੇਟ ਮਾਰਕਸ ਐਂਡ ਐਵਰੀ ਸਿੰਗਲ ਇੰਡੀਵਿਜੂਅਲ ਹੈਜ਼ ਟੂ ਕਮ ਫਾਰਵਰਡ ਐਂਡ ਡੂ देयर ਬਿਟ। ਮੈਂ ਪੂਰਾ ਤਿਆਰ ਹਾਂ ਸਰ। ਮੈਂ ਆਪਣੀ ਫੈਮਿਲੀ ਨੂੰ ਮੋਗੇ ਕਿਹਾ ਹੋਇਆ ਕਿ ਤੁਸੀਂ ਮੈਨੂੰ 24 ਘੰਟੇ ਫੋਨ ਮਾਰੋ। ਜਿਵੇਂ ਆਨਰੇਬਲ ਮਿਨਿਸਟਰ ਸਰ ਨੇ ਮੈਡੀਸਿਨਸ ਦੀ ਗੱਲ ਕੀਤੀ, ਜਿਵੇਂ ਲਾਈਕੋਸੋਮਲ ਹੈ, ਜਿਹੜੇ ਸਾਲਟਸ ਨਹੀਂ ਮਿਲ ਰਹੇ ਬਲੈਕ ਫੰਗਸ ਦੇ ਕਾਰਨ। ਮੈਨੂੰ ਨਹੀਂ ਪਤਾ ਸੀ ਪੰਜਾਬ ਦੇ ਵਿੱਚ ਵੀ ਇੰਨੇ ਕੇਸਿਸ ਵੱਧ ਰਹੇ ਨੇ। ਸੋ ਆਈ ਥਿੰਕ ਉਹ ਬੜਾ ਸਕੇਰੀ ਹੈ ਸਰ ਕਿ ਆਪਾਂ ਨੂੰ ਉਹਦੀ ਥੋੜੀ ਤਿਆਰੀ ਰੱਖਣੀ ਜ਼ਰੂਰੀ ਹੈ। ਮੈਨੂੰ ਜਦੋਂ ਲੋਕੀ ਫੋਨ ਕਰਦੇ ਨੇ, ਮੈਂ ਅਲੱਗ-ਅਲੱਗ ਸਟੇਟਸ ਤੋਂ ਕਿਤੋਂ ਵੀ ਆਪਣੇ
पहचान ना लेके भेजदा है। मैं पंजाब भी भेजे कई एमरजेंसी जरूरत सी, पर हेल्पलैस फील करते क्योंकि उन्हें एक्सेस नहीं है जिन्नी मेडिसिन चाहिए। तो मैं यही कहूँगा सर, मैं आई एम ऑलवेज देयर फोन कॉल अवे एंड अंडर योर लीडरशिप प्लीज गाइड अस, लीड अस हाउ वी कैन टेक दिस फॉरवर्ड। और जिन्हें भी मैं पिंडा दे जिन्हें मिनिस्टर्स ने, ऑनरेबल मिनिस्टर्स, डीसीज, जिन्हें और ब्यूरोक्रेट्स, मैं यही कहना चाहूँगा सर, यू आर द लीडर्स हु हैव मेड पंजाब व्हाट इट इज टुडे एंड अंडर योर लीडरशिप वी आर रेडी टू कम फॉरवर्ड एंड डू आवर बिट। और साਰਿਆਂ ਨੂੰ ਇੱਕ ਇੱਕ ਬੰਦਾ ਜਿਹੜਾ ਸੁਣ ਰਿਹਾ ਹੈ ਔਰ ਜਿਹੜਾ ਨਹੀਂ ਵੀ ਸੁਣ ਰਿਹਾ, ਆਈ ਥਿੰਕ ਆਪਾਂ ਜੇ ਸਾਰੇ ਜਣੇ ਇਕੱਠੇ ਰਲੀਏ ਸੋ ਵੀ ਕੈਨ ਸੈਟ ਪੰਜਾਬ ਐਜ਼ ਦ ਬੈਸਟ ਸਟੇਟ ਹੂ ਹੈਜ਼ ਡਨ ਜੋ ਇਹਨਾਂ ਨੇ ਕਿਹਾ ਹੈ ਸੋਨੂ ਸੂਦ ਜੀ ਨੇ। ਮੈਂ ਆਸ ਕਰਦਾ ਕਿ ਤੁਸੀਂ ਸਾਰੇ ਇਸ ਗੱਲ ਨੂੰ ਅਪਣਾਓਗੇ ਜੋ ਕਰਨਾ ਕਈਆਂ ਨੇ ਨਾ। थैंक यू बहुत बहुत धन्यवाद। हाँ प्लीज सर, प्लीज सर तुम बोल रहे थे कुछ सर? मैंने कहना आई थिंक इज द सुनील जी इज नॉट। अच्छा ओके ओके सर इज नॉट हियर। सोनू जी थैंक यू वेरी मच, ਤੁਸੀਂ ਇਹਨਾਂ ਪਿਆਰ ਦੇ ਰਹੇ ਹੋ ਪੰਜਾਬੀਆਂ ਨੂੰ, क्योंकि पंजाब ਤੁਹਾਡੇ ਦਿਲਾਂ ਦੇ, ਤੁਹਾਡੇ ਦਿਲ ਦੇ ਬਹੁਤ ਨਜ਼ਦੀਕ ਹੈ। मैं समझदा कि जिथे ਤੁਸੀਂ ਗੱਲ ਪਹਿਲੀ आई थिंक इज द सुनील जी ओके सर इज नॉट हियर। सोनू जी थैंक यू वेरी मच, ਤੁਸੀਂ ਇਹਨਾਂ ਪਿਆਰ ਦੇ ਰਹੇ ਹੋ ਪੰਜਾਬੀਆਂ ਨੂੰ, क्योंकि पंजाब ਤੁਹਾਡੇ ਦਿਲਾਂ ਦੇ, ਤੁਹਾਡੇ ਦਿਲ ਦੇ ਬਹੁਤ ਨਜ਼ਦੀਕ ਹੈ। ਮੈਂ ਸਮਝਦਾ ਕਿ ਜਿੱਥੇ ਤੁਸੀਂ ਵੈਕਸੀਨੇਸ਼ਨ ਦੀ ਸਾਰੀ ਗੱਲਬਾਤ ਕਰ ਰਹੇ ਹੋ, ਜੇ ਤੁਸੀਂ 10 ਦਿਨਾਂ ਬਾਅਦ ਇੱਕ ਵਾਰੀ ਪੰਜਾਬ 'ਚ ਚੱਕਰ ਅਲੱਗ-ਅਲੱਗ ਜ਼ਿਲ੍ਹਿਆਂ 'ਚ ਮਾਰੋ ਤੇ ਸਾਨੂੰ ਵੈਕਸੀਨੇਸ਼ਨ ਦੀ ਲੋੜ ਹੀ ਨਹੀਂ ਪੈਣੀ, ਲੋਕਾਂ ਨੂੰ ਠੀਕ ਹੋ ਜਾਣਾ ਤੁਹਾਡੇ ਪਿਆਰ ਦੇ ਨਾਲ ਆਪਣੇ ਆਪ 100% ਵੈਕਸੀਨੇਸ਼ਨ। ਸਾਡੇ ਹੈਲਥ ਮਿਨਿਸਟਰ ਸਾਹਿਬ ਬਲਬੀਰ ਜੀ, स्पोर्ट्स मिनिस्टर साहब एंड बाकी मैनू दिख नहीं रहे, लेकिन कई मिनिस्टर साहबान हैं ये उपर, कई मेरे MLA साथी हैं ये उपर, बिरिंदर अपने यूथ कांग्रेस के प्रेजिडेंट साहब और सारे ही चीफ सैक्रटरी साहिबा, ऑफिसर साहिबान जो भी इस कोरोना के जंग दे विच शामिल है, सारिਆਂ ਨੂੰ मैं ਧੰਨਵਾਦੀ ਹੈ ਕਿ ਅੱਜ ਤੁਸੀਂ ਅੱਜ ਦੇ ਦਿਹਾੜੇ 'ਚ ਤੁਸੀਂ ਇਹਦੇ 'ਚ ਆਏ ਹੋ। ਇਹ ਜਿਹੜਾ ਅੱਜ ਦਾ ਆਪਣਾ ਇਹ ਫੰਕਸ਼ਨ ਹੈ, ਇਹ ਹੈ ਆਪਣੇ ਯੂਥ ਨੂੰ ਅੱਗੇ ਲਾਉਣਾ। ਸਾਡੇ ਨੌਜਵਾਨ ਉਹ ਅੱਗੇ ਲੱਗਣ ਔਰ ਇਸ ਲੜਾਈ ਦੇ ਵਿੱਚ ਸਾਥ ਦੇਣੇ। ਪਹਿਲੀ ਵਾਰ ਨਹੀਂ, ਪਿਛਲੀ ਵਾਰ ਵੀ ਤੁਸੀਂ ਜਦੋਂ ਤੁਹਾਡਾ ਪਹਿਲਾ ਫਤਿਹ 1 ਸੀ, ਉਹਦੇ ਵਿੱਚ ਇੱਕ ਤਕਰੀਬਨ 2 ਲੱਖ NSS ਦੇ ਵੋਲੰਟੀਅਰਸ, 13,857 ਪਿੰਡਾਂ ਦੇ ਕਲੱਬ, 600 ਰੈੱਡ ਰਿਬਨ ਕਲੱਬ, 350 ਕਾਲਜ ਸਕੂਲ ਯੂਥ ਕਲੱਬ ਔਰ NCC ਵੋਲੰਟੀਅਰਸ ਵਗੈਰਾ ਨੇ ਹਿੱਸਾ ਪਾਇਆ ਸੀ। ਔਰ ਆਪਾਂ ਉਦੋਂ ਉਸ ਸਮੇਂ ਜਿਹੜਾ ਆਇਆ ਸੀ ਉਹਨੂੰ ਥੋੜ੍ਹਾ ਕਾਬੂ ਕੀਤਾ ਆਪਾਂ ਨੇ, ਜੋ ਕੋਰੋਨਾ 1 ਆਈ ਸੀ। ਕਿਸੇ ਨੂੰ ਨਹੀਂ ਪਤਾ ਸੀ ਕਿ ਦੁਬਾਰਾ ਇਹ ਕੋਰੋਨਾ ਨੇ ਉੱਠਣਾ ਹੈ। ਇਸ ਬਿਮਾਰੀ ਦਾ ਤਾਂ ਦੁਨੀਆ ਦੇ ਵਿੱਚ ਨਹੀਂ ਕਿਸੇ ਨੂੰ ਪਤਾ ਕਿ ਕਿਸ ਕਿਸਮ ਦੀ ਬਿਮਾਰੀ ਔਰ ਕੈਸੇ ਚੱਲਦੀ ਹੈ, ਲੇਕਿਨ ਜੋ ਪਤਾ ਲੱਗ ਰਿਹਾ ਹੈ ਕਿ ਉੱਪਰ ਇਟਸ ਕਦੇ ਸਪਾਈਕ ਹੋ ਜਾਂਦੀ ਹੈ, ਕਦੇ ਫਿਰ ਨੀਚੇ ਨੂੰ ਆ ਜਾਂਦੀ ਹੈ, ਫਿਰ ਸਪਾਈਕ ਹੋ ਜਾਂਦੀ ਹੈ। ਤਾਂ ਇਹ ਸਿਸਟਮ ਕੁਝ ਚੱਲ ਰਿਹਾ। ਇਹ ਇੱਕ ਵਾਇਰਸ ਹੈ ਔਰ ਅੱਜ ਵੀ ਡਾਕਟਰ ਨੂੰ ਇਸ ਨੂੰ ਸਮਝ ਨਹੀਂ ਆ ਰਹੀ ਕਿ ਇਹ ਫਾਈਨਲੀ ਕੈਸੇ ਇਹਨੂੰ ਕੰਟਰੋਲ ਕਰਾਂਗੇ। ਸੋ ਆਪਣਾ ਫਿਰ ਡਿਊਟੀ ਬਣਦੀ ਹੈ ਕਿ ਜਿਹੜੀਆਂ ਡਾਕਟਰ ਸਾਨੂੰ ਦੱਸਦੇ ਨੇ ਕਿਸ ਤਰੀਕੇ ਨਾਲ ਆਪਾਂ ਕੁਛ ਕੰਟਰੋਲ ਕਰ ਸਕਦੇ ਹਾਂ, ਉਹ ਆਪਾਂ ਨੂੰ ਕਰਨਾ ਚਾਹੀਦਾ। ਪਹਿਲਾਂ ਤਾਂ ਵੈਕਸੀਨੇਸ਼ਨ ਡਰਾਈਵਸ ਨੇ, ਉਸ ਤੋਂ ਪਹਿਲਾਂ ਵੈਕਸੀਨੇਸ਼ਨ ਤੋਂ ਪਹਿਲਾਂ ਆ ਗਈ ਸੀ ਸਾਡੇ ਸੋਸ਼ਲ ਡਿਸਟੈਂਸਿੰਗ, ਹੱਥ ਧੋਣੇ, ਮਾਸਕ ਪਾਉਣੇ ਵਗੈਰਾ, ਤਾਂ ਕਿ ਇਸ ਨੂੰ ਆਪਾਂ ਰੋਕ ਸਕੀਏ। ਔਰ ਪਿਛਲੀ ਵਾਰ ਆਪਾਂ ਨੇ ਸਖਤੀ ਕੀਤੀ, ਉਹ ਰੁਕਿਆ। ਫਿਰ ਇਹ ਦੂਜਾ ਸਪਾਈਕ ਆਇਆ ਔਰ ਇਹ ਚੜ੍ਹ ਗਿਆ ਸੀ 9,800 ਦੇ ਕੇਸ ਡੇਲੀ ਹੋਣ ਲੱਗ ਗਏ ਸੀ। 9,800 ਆਪਣੀ ਪੀਕ 'ਤੇ ਪਹੁੰਚੀ ਸੀ। ਅੱਜ ਮੈਨੂੰ ਖੁਸ਼ੀ ਹੈ ਕਹਿੰਦੇ ਕਿ 9,800 ਤੋਂ ਲੈ ਕੇ ਅਸੀਂ ਹੁਣ 4,124 'ਤੇ ਕੱਲ ਸ਼ਾਮੀ ਤੱਕ ਇਹ ਪਹੁੰਚ ਗਿਆ। ਮਤਲਬ ਡਾਊਨ ਨੂੰ ਨੀਚੇ ਨੂੰ ਆ ਰਿਹਾ ਸਭ ਕੁਝ। ਨੀਚੇ ਕਿਉਂ ਆ ਰਿਹਾ? ਕਿਉਂਕਿ ਸਾਰੇ ਹਿੱਸਾ ਪਾ ਰਹੇ ਨੇ। ਅੱਜ
ਬਰਿੰਦਰ ਜੀ ਨੇ ਤੇ ਸੋਢੀ ਸਾਹਿਬ ਸਾਰੇ ਕਹਿੰਦੇ ਨੇ ਕਿ ਮੇਰੀ ਮੈਂ ਕਰਵਾ ਰਿਹਾ, ਮੈਂ ਕੁਝ ਨਹੀਂ ਕਰਵਾ ਰਿਹਾ, ਮੈਂ ਤਾਂ ਸਾਰਿਆਂ ਦੇ ਨਾਲ ਇੱਕ ਹੈ। ਇਹ ਜਦੋਂ ਤਾਈਂ ਸਾਰਾ ਪੰਜਾਬ, ਸਾਰੇ ਬਜ਼ੁਰਗ, ਸਾਰੇ ਬੱਚੇ, ਸਾਰੇ ਸਾਡੇ ਅਫਸਰ ਸਾਹਿਬਾਨ, ਸਾਡੇ ਮੁਲਾਜ਼ਮ ਸਭ ਇਕੱਠੇ ਹੋ ਕੇ ਇਸ ਜੰਗ 'ਚ ਨਹੀਂ ਪੈਂਦੇ, ਇਹਨੂੰ ਕਾਬੂ ਨਹੀਂ ਕਰ ਸਕਦੇ ਆਪਾਂ। ਔਰ ਤਾਂ ਹੀ ਮੈਂ ਅੱਜ ਆਪਣੇ ਯੂਥ ਨੂੰ ਅੱਜ ਬੇਨਤੀ ਕਰਨ ਆਇਆ, ਕਿਉਂਕਿ ਤੁਸੀਂ ਥੋੜ੍ਹੇ ਹਿੰਮਤ ਹੈ, ਤੁਸੀਂ ਇਹ ਕਰ ਸਕਦੇ ਹੋ, ਤੁਸੀਂ ਜਾ ਕੇ ਭੱਜ ਸਕਦੇ ਹੋ ਆਪਣੇ ਪਿੰਡਾਂ ਦੇ ਵਿੱਚ। ਪਿਛਲੀ ਵਾਰ ਪਿੰਡਾਂ 'ਚ ਘਟ ਗਿਆ ਸੀ, ਸ਼ਹਿਰਾਂ 'ਚ ਜ਼ਿਆਦਾ ਸੀ, ਐਤਕੀ ਪਿੰਡਾਂ ਦੇ ਵਿੱਚ ਵੀ ਫੈਲ ਗਈ। ਔਰ ਇਹ ਪਤਾ ਨਹੀਂ ਇਹ ਸੈਕਿੰਡ ਹੁਣ ਆਪਣੇ ਫਤਿਹ 2 ਹੈ, ਆਈ ਹੋਪ ਫਤਿਹ 2 ਹੀ ਰਹਿ ਜਾਊਗਾ ਕਿ ਤੀਜਾ ਸਪਾਈਕ ਨਾ ਕੋਈ ਆ ਜਾਏ, ਪਰ ਆਪਾਂ ਨੂੰ ਤਿਆਰੀ ਸਾਰੀ ਰੱਖਣੀ ਪਊ। ਇੱਕ ਕਹਾਵਤ ਹੁੰਦੀ ਸੀ ਫੌਜ ਵਿੱਚ ਕਿ ਦੁਸ਼ਮਣ ਨੂੰ ਕਦੇ ਕਮਜ਼ੋਰ ਨਹੀਂ ਸਮਝਦਾ, ਔਰ ਸਾਡਾ ਇਹ ਦੁਸ਼ਮਣ ਅੱਜ ਇੱਕ ਕਰੋਨਾ ਹੈ, ਔਰ ਇਹਨੂੰ ਆਪਾਂ ਤਿਆਰੀ ਰੱਖਣੀ ਪਊ ਆਪਾਂ ਨੂੰ ਪੂਰੀ, ਕਿ ਜਦੋਂ ਅਗਰ ਬਾਈ ਚਾਂਸ ਥਰਡ ਸਪਾਈਕ ਆਏ ਤਾਂ ਆਪਾਂ ਉਹਦੇ ਵਾਸਤੇ ਹਥਿਆਰ ਰੱਖੀਏ। ਮਤਲਬ ਤਿਆਰੀ ਦਾ ਮਤਲਬ ਕਿ ਆਪਾਂ ਇਸ ਲੜਾਈ ਨੂੰ ਅਗਰ ਦਬਾਉਣ ਵਾਸਤੇ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਘੁੰਮੋ, ਆਪਣੇ ਬਜ਼ੁਰਗਾਂ ਨੂੰ ਕਹੋ, ਆਪਣੇ ਸ਼ਹਿਰਾਂ ਮੁਹੱਲਿਆਂ ਵਿੱਚ ਘੁੰਮੋ, ਔਰ ਨਾਲੇ ਤੁਸੀਂ ਉਹਨਾਂ ਨੂੰ ਦੱਸੋ ਕਿ ਕਿਸ ਤਰੀਕੇ ਨਾਲ ਹੈਲਪਲਾਈਨਸ ਦਿੱਤੀਆਂ ਹੋਈਆਂ ਨੇ, ਉਹਨਾਂ ਨੂੰ ਵਰਤੋ। ਕਈ ਬਜ਼ੁਰਗਾਂ ਨੂੰ ਨਹੀਂ ਪਤਾ, ਕਈ ਅਨਪੜ੍ਹ ਨੇ, ਕਈ ਕੁਛ ਨੇ, ਤੁਸੀਂ ਉਹ ਸਾਰੇ ਪੜ੍ਹੇ ਲਿਖੇ, ਤੁਸੀਂ ਜਾ ਕੇ ਆਪਣੇ ਬੱਚਿਆਂ, ਆਪਣੇ ਬਜ਼ੁਰਗਾਂ ਨੂੰ ਸਮਝਾ ਸਕਦੇ ਹੋ, ਗੁਆਂਢੀਆਂ ਨੂੰ ਸਮਝਾ ਸਕਦੇ ਹੋ, ਪਿੰਡ ਮੁਹੱਲਿਆਦਾਰਾਂ ਨੂੰ ਸਮਝਾ ਸਕਦੇ ਹੋ, ਸਾਰਿਆਂ ਨੂੰ ਸਮਝਾਓ ਇਹਦੇ ਵਿੱਚ। ਹੁਣ ਇਹ ਹੁਣ ਸੈਕਿੰਡ ਜਿਹੜਾ ਹੈ ਵੈਕਸੀਨੇਸ਼ਨ ਹੁਣ ਸ਼ੁਰੂ ਹੋਇਆ। ਹੁਣ ਪਹਿਲਾਂ ਕੀ ਹੋਇਆ ਸੀ, ਸਾਨੂੰ 2 ਲੱਖ ਡੇਲੀ ਦਿੰਦੇ ਸੀ ਵੈਕਸੀਨੇਸ਼ਨ ਗਵਰਨਮੈਂਟ ਆਫ ਇੰਡੀਆ, ਆਪਣੇ ਜਿਹੜੇ ਜਿੱਥੇ ਮੈਨੂਫੈਕਚਰਿੰਗ ਹੁੰਦੀ ਸੀ, ਪਰ ਇੱਥੇ ਲੋਕਾਂ ਨੂੰ ਡਰ ਸੀ, ਲੋਕਾਂ ਨੇ ਲੈਤਾ ਨਹੀਂ। ਮੇਰਾ ਖਿਆਲ 90,000 ਤੇ ਆ ਕੇ ਫਸ ਗਿਆ ਕਿ 2 ਲੱਖ ਵੈਕਸੀਨ ਆਈਆਂ, ਲੇਕਿਨ 90,000 ਨੇ ਆਪਣੇ ਵੈਕਸੀਨੇਟ ਕਰਾ ਲਿਆ, ਬਾਕੀ ਵੇਸਟ ਹੋ ਗਏ ਆਪਣੇ। ਫਿਰ ਇਸ ਨੂੰ ਇੱਕ ਦਿਨ ਸੀ ਮੇਰਾ ਖਿਆਲ 1,40,000 ਤੇ ਪਹੁੰਚੇ, ਪਰ 2 ਲੱਖ ਕਦੇ ਵੀ ਨਹੀਂ ਪਹੁੰਚਿਆ ਸੀ। ਹੁਣ ਉਲਟਾ ਹੋ ਗਿਆ ਕੰਮ, ਹੁਣ ਸਾਰੇ ਹੀ ਚਾਹੁੰਦੇ ਨੇ ਕਿ ਵੈਕਸੀਨ ਲਗਾਏ, ਲੇਕਿਨ ਵੈਕਸੀਨ ਦੀ ਕਮੀ ਹੋ ਗਈ, ਪੂਰੀ ਦੁਨੀਆ ਦੇ ਵਿੱਚ ਹੋ ਗਈ ਹੈ ਕਮੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਆਪਾਂ ਵੈਕਸੀਨ ਕਿਤੋਂ ਲੈ ਕੇ ਆਈਏ ਤਾਂ ਕਿ ਅਸੀਂ ਆਪਣੇ ਲੋਕਾਂ ਨੂੰ ਇੱਥੇ ਕਰ ਸਕੀਏ। ਲੇਕਿਨ ਅਵੇਅਰਨੈਸ ਵੈਕਸੀਨ ਦੀ, ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਬਹਿ ਜਾਏ ਕਿ ਵੈਕਸੀਨ ਜ਼ਰੂਰ ਕਰਾਉਣੀ ਹੈ ਤੁਸੀਂ, ਤੁਹਾਡੇ ਐਂਟੀਬਾਡੀਜ਼ ਵਧਾਉਣੇ ਨੇ। ਜਦੋਂ ਤੁਹਾਡੇ ਐਂਟੀਬਾਡੀਜ਼ ਵਧਣਗੇ, ਉਹ ਐਂਟੀਬਾਡੀਜ਼ ਨੇ ਜਿਹੜੀ ਕਰੋਨਾ ਦੇ ਨਾਲ ਜੰਗ ਲੜ ਸਕਦੀ ਹੈ ਤੁਹਾਡੇ ਬਾਡੀਜ਼ ਦੇ ਵਿੱਚ, ਇਹ ਤੁਹਾਨੂੰ ਕਰਾਉਣਾ ਚਾਹੀਦਾ ਹੈ। ਔਰ ਅਸੀਂ ਇਹਦੇ ਵਾਸਤੇ ਇੱਕ ਲਾਂਚ ਕਰ ਰਹੇ ਹਾਂ। ਤੁਸੀਂ ਦੱਸਿਆ ਮੈਨੂੰ, ਅੱਜ ਇਹਨਾਂ ਨੇ ਦੱਸਿਆ ਕਿ ਫਾਸਟਰਸ ਇਹ ਜਿਹੜੀ ਨਵੀਂ ਆਈ ਹੈ ਵੈਕਸੀਨ, ਜਿਹੜੀ ਕਰੋਨਾ, ਇਹਨੂੰ UK ਕਰੋਨਾ ਸਟ੍ਰੇਨ ਕਹਿੰਦੇ ਨੇ ਕੁਛ, ਇਹ ਜਲਦੀ ਨਾਲ, ਉਹ ਪਹਿਲੇ ਨਾਲੋਂ ਤੇਜ਼ੀ ਨਾਲ ਇਹ ਵੱਧ ਰਹੀ ਹੈ। ਕਿ ਵੱਧ ਰਹੀ ਹੈ ਬਿਕੋਜ਼ ਆਪਾਂ ਪ੍ਰੋਟੈਕਸ਼ਨ ਜਿੱਥੇ ਨਹੀਂ ਕਰਦੇ ਉੱਥੇ ਵੱਧ ਰਹੀ ਹੈ। ਫੇਟਿਲਿਟੀਜ਼ ਆਪਣੀ ਜ਼ਿਆਦਾ ਹੋ ਰਹੀਆਂ ਨੇ। ਹੁਣ ਮੇਰੇ ਅੱਜ ਹਸਪੀਟਲ ਦੇ ਵਿੱਚ ਦੇਖ ਲਓ, ਅੱਜ ਮੇਰੇ ਕੋਲ 942 ਹਾਈ ਡਿਪੈਂਡੈਂਸੀ ਯੂਨਿਟ ਦੇ ਉੱਪਰ ਨੇ ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਹੈ, ਔਰ 354 ਮੇਰੇ ਨੇ ਜਿਨ੍ਹਾਂ ਨੂੰ ਵੈਂਟੀਲੇਟਰ ਦੀ ਲੋੜ ਹੈ। ਆਈਸੋਲੇਸ਼ਨ ਫੈਸਿਲਿਟੀਜ਼ ਵਿੱਚ 3,318। ਇਹ ਜ਼ਰੂਰ ਹੈ ਕਿ ਆਪਾਂ ਡਾਊਨ ਆ ਗਏ हैं, 9,800 ਤੋਂ ਆਪਾਂ 4,124 ਆ ਗਏ ਨੇ, ਔਰ ਟੈਸਟਿੰਗ ਬਹੁਤ ਵਧਾਤੀ। ਜਦੋਂ ਸ਼ੁਰੂ ਹੋਇਆ ਸੀ ਕਰੋਨਾ, ਉਦੋਂ 300 ਟੈਸਟਿੰਗ ਹੁੰਦੇ ਸੀ ਸਾਡੀ ਲੈਬੋਰਟਰੀ 'ਚ, ਹੁਣ ਕੱਲ੍ਹ 75,818 ਦਾ ਪ੍ਰਬੰਧ ਹੋ ਗਿਆ ਔਰ ਟੈਸਟਿੰਗ ਕਰਾ ਰਹੇ ਹਾਂ। ਔਰ 75,818 ਦੇ ਵਿੱਚੋਂ 4,124 ਕੇਸ ਮਿਲੇ ਨੇ। ਸੋ ਕੇਸ ਡਾਊਨ ਆ ਰਹੇ ਨੇ, ਪਰਸੈਂਟੇਜ ਦੇ ਲਿਹਾਜ਼ ਨਾਲ ਡਾਊਨ ਆ ਰਹੇ ਨੇ। ਲੇਕਿਨ ਆਹ ਜਿਹੜਾ ਕੰਮ ਹੈ ਨਾ ਕਿ ਤੁਸੀਂ ਹਾਈ ਡਿਪੈਂਡੈਂਸੀ ਯੂਨਿਟ, ਆਕਸੀਜਨ ਦੀ ਲੋੜ ਪਵੇ ਜਾਂ ਤੁਹਾਨੂੰ ਵੈਂਟੀਲੇਟਰ ਦੀ ਲੋੜ ਪਵੇ, ਇਹ ਕਿਉਂ ਪੈਂਦੀ ਹੈ? ਇਹ ਪੈਂਦੀ ਹੈ ਕਿਉਂਕਿ ਤੁਸੀਂ ਸਮਝਾਉਣਾ ਪਊ ਤੁਹਾਨੂੰ ਆਪਣੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਔਰ ਆਪਣੇ ਮੁਹੱਲਿਆਂ 'ਚ ਕਿ ਭਾਈ ਜੈਸੇ ਤੁਹਾਨੂੰ ਕੋਈ ਥੋੜੀ ਬਿਮਾਰੀ ਵੀ ਲੱਗੇ, ਤੁਹਾਨੂੰ ਲੱਗੇ ਕਿ ਮੈਨੂੰ ਮੇਰੀ ਛਾਤੀ 'ਚ ਦਰਦ ਹੈ ਜਾਂ ਮੈਨੂੰ ਖਾਂਸੀ ਹੋ ਗਈ ਜਾਂ ਮੈਨੂੰ ਜ਼ੁਕਾਮ ਹੋ ਗਿਆ ਜਾਂ ਮੇਰਾ ਬਦਨ 'ਚ ਦਰਦ ਹੈ, ਕੁਛ ਵੀ, ਤੁਸੀਂ ਵੇਟ ਨਾ ਕਰੋ, ਸਿੱਧੇ ਜਾਓ ਆਪਣੇ ਡਾਕਟਰ ਕੋਲ, ਜਿੱਥੇ ਆਪਣੀ ਉਹ ਦੱਸੂਗਾ ਤੁਹਾਨੂੰ ਟੈਸਟ ਕਿੱਥੋਂ ਕਰਾਉਣਾ ਹੈ, ਟੈਸਟ ਕਰਾਓ। ਔਰ ਅਗਰ ਕਰੋਨਾ ਹੈ ਔਰ ਇੱਕਦਮ ਤੁਸੀਂ ਪਕੜ ਲਓਗੇ, ਤੁਹਾਨੂੰ ਹਸਪਤਾਲ ਜਾਣ ਦੀ ਲੋੜ ਹੀ ਨਹੀਂ, ਤੁਹਾਨੂੰ ਘਰ 'ਚ ਹੀ ਦਵਾਈਆਂ ਦੇ ਕੇ ਤੁਹਾਨੂੰ ਠੀਕ ਕਰ ਲੈਣਗੇ। ਅਗਰ ਜਿਹੜੇ ਹੁਣ ਜਾ ਰਹੇ ਨੇ ਆਕਸੀਜਨ ਡਿਪੈਂਡੈਂਟ ਜਾਂ ਦੂਸਰੇ, ਉਹ ਜਾ ਰਹੇ ਨੇ ਇਸ ਲਈ ਕਿਉਂਕਿ ਅਖੀਰਲੇ ਦਮ 'ਚ ਜਾ ਕੇ ਉਹ ਪਹੁੰਚਦੇ ਨੇ, ਔਰ ਲੈਵਲ 1, ਲੈਵਲ 2, ਲੈਵਲ 3 ਹੁੰਦੇ ਨੇ। ਇਸ 'ਚ ਇਹ ਲੈਵਲ 3 ਸਿੱਧੇ ਉਹਨਾਂ ਨੂੰ ਜਾਣਾ ਪੈਂਦਾ ਹੈ ਔਰ ਉੱਥੇ ਫਿਰ ਆਕਸੀਜਨ ਵਗੈਰਾ ਦੀ ਲੋੜ ਹੈ। ਇਹ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਲੋਕਾਂ ਨੂੰ ਸਮਝਾਓ। ਇਹਦੇ ਵਾਸਤੇ
चीज़ां दसिया गई ने, अज ब्लैक फंगस आ गई, वाइट फंगस आ गई। क्यों आ गई? क्योंकि तुसी उन्होंने डॉक्टरों को जानते हो जिहड़े इस बीमारी नूं नहीं जानते और वो स्टीरॉइड तुहाडे वधा दिंदे ने। स्टीरॉइड का एक रिएक्शन है, ब्लैक फंगस एंड वाइट फंगस वगैरह वो कुछ हो रहे हैं। दस रहे ने डॉक्टर तलवार, कई बार मैं 2 बार हफ्ते इसकी रिव्यू करदा है कि अपने पंजाब की हो रहा है, और ये बधना नहीं चाहिए अगर डॉक्टर ठीक जाओ और तुसी सही डॉक्टर्स को जाओ जिथे करोना का प्रबंध हो सके। और मैं आस करदा है कि तुसी इस गल नूं भी अपने पिंडां दे विच ये गल तुसी फैलाओगे। जिथे ताईं फतेह 2 है, फतेह मिशन फतेह नंबर 2 नंबर, वो थोनों मैं दस दिता कि क्यों सानू लियानी पई, क्योंकि हुणे दोबारा स्पाइक आई सी। और मैं आस करदा है अगर आप काम मूरे करांगे कि फिर फतेह 3 की लोड़ ना पवे, लेकिन हिम्मत अपने विच होनी चाहिए है। तो ये वास्ते मैं एक सजैसट करना चाहुंदा कि डिपार्टमेंट ऑफ स्पोर्ट्स एंड यूथ अफेयर्स वॉलंटियर्स नूं इकट्ठा करे, 7 रूरल करोना वॉलंटियर्स कह के एक 7 बंदियां दा ग्रुप हर पिंड दे विच बनाया जाए। ये मिनिस्ट्री ऑफ स्पोर्ट्स कर सकते हैं, सोडी साहब की मिनिस्ट्री, और जेड़े मौजूदा क्लब ने उन्होंने भी तुसी इसनू करोना वॉलंटियर्स बना सकते हो। और वो बना के वो 7 मैंबर का ग्रुप अपने पिंडों के घूमे। तुसी अगे बच्चों होरां नूं जोड़ो, अपने साथियों नूं जोड़ो, अपने जेड़ी बीबियां ने जो अपने बेटे ने बेटियां ने सब नूं जोड़ो विच, और उन्होंने कहो कि इस काम च आपां ने करना है। ठीक री पैरे मैं एक बेनती की सी, लोग लाउण लगे। मैं बड़ियां तस्वीरां देखिया ने पिंड, हुण पिंडां दे विच लोगों नूं बाहरों जिन्हां नूं करोना है और टैसट नहीं होए उन्हां नूं अपने पिंडां 'च नहीं जाण दिंदे। ये बड़ी जरूरी है। आइसोलेशन इस बीमारी नूं बाहर रखी आपां, ये जरूरी है। और इन्हां नूं ये जिहड़े अपने रूरल करोना वॉलंटियर्स ने, इन्हां नूं अपने टॉर्च बेरर्स मतलब मिसाल चक्कण वाले जिहड़े सामने जाके अपना इत्थे इस काम 'च लगन। एक तो ये, और ये विच उन्हां नूं एम्फसाइज करना चाहिए टेस्ट करो, जैसे मैं तुहानूं दस्सिया। जिथे फिर अगर कोई पॉजिटिव निकलिया वो किहनूं मिलिया उन्होंने ट्रेस करो, कि जाके देखो कि किहनूं मिलिया उन्होंने भी टेस्ट करो। और फिर जेड़े कोविड पॉजिटिव ने ट्रीट करो। 3 T's टेस्ट, ट्रेस एंड ट्रीट। ये चीज़ां अगर आप कर सकीए तो तुसी देखो ये अपने पिंड और मोहल्लियां कंट्रोल आ सकती है। जेड़े बहुत गरीब ने या बहुत बुजुर्ग ने वो अपनी जिम्मेवारी बनती है उन्होंने देखने की। मैं आस करदा कि तुसी उत्ते खास करके जाके उन्होंने घरों के विच उन्होंने भी आही टेस्ट वगैरह करवाओ। हैल्पलाइन्स लगिया हुई ने, दवाई की कोई कमी नहीं। जिथे किसी को बीमारी होंदी है असी वो फतेह किट भेज रहे हैं जिहदे विच 22 दवाइयां ने, उहदे सब कुछ है, थर्मोमीटर्स भी हैं, ऑक्सीजन मीटर्स भी हैं, सब कुछ उहदे विच है। और दस्सिया जांदा है अगर कोई अनपढ़ है तो तुसी उहदे विच थोड़े उहदे हुंदा है एक लीफलेट होएगी दस्सण कि कैसे इस्तेमाल करना है, तुसी पढ़ के सुना दे उन्होंने और देखो कि वो ठीक अपनी दवाइयां उत्थे लैण। और फिर असी जिथे बहुत गरीब ने, हुण दिहाड़ीदार ने, कई दिहाड़ीदार कहते हैं अगर असी कोविड पॉजिटिव है और कोविड पॉजिटिव नाल असी चले जाइए अपने क्वारंटीन दे विच, फिर साडी रोटी शाम को बच्चों को कौन खवाऊगा। ये वास्ते असी फूड बैग्स भी देन लग गए। हर फूड बैग दे विच असी आटा देने हैं, चने देने हैं, चीनी देने हैं, ताकि और हर अगर 6 बंदे ने एक परिवार तो 6 बैग दिते जाएंगे जिहदे 10 किलो आटा, 2 किलो चने और 2 किलो चीनी, ताकि वो 21 दिन का जो क्वारंटीन पीरियड है पूरा कर सके। और उन्होंने प्रबंध भी सब दवाई दूई तो फतेह किट ने दे देनी है, तुसी उसका ध्यान रखो। और अगर दिओ गरीबों वास्ते खास करके। और जदों ताईं आपां इन्हां नूं जिहड़े बहुत गरीब ने और दिहाड़ीदार ने उन्होंने भी नहीं आपां टेस्ट करा के उन्होंने इलाज नहीं करावांगे, उन्हां तो भी बीमारी अगे बढ़ सकती है। तो ये एक कंट्रोल का एक पैटर्न आपां नूं बनाउणा पऊ पंजाब च। मैं आस करदा कि तुसीं करो ठीक, जैसे मैं ठीकरी पैरे भी किया है। और दूसरी गल ये जिहड़े आपां नूं फालतू करन दी आदत है ना बोलण दी,
गल कुछ होर होंदी है और कर कुछ होर लैंदे आपां और कहंदे कुछ होर है। ये रूमर मॉन्गरिंग जिहड़ी कहंदे ने इसनूं बंद कराइए। आपां ने जंग लड़ना है। आपां अपनी गलत गल्लां नहीं किते फैलाउणियां कि इत्थे की हो गया जी, उत्थे की हो गया जी। बस इस तरीके नाल तुसीं अपनी जिम्मेवारी वाला एरिया नूं सांभो और वो तुसीं ठीक करो। याद रखना, चाहे तुसीं नवीं वैक्सीन आ गए, वैक्सीन कोई अही जी नहीं है चीज़ जिहदे नाल सब कुछ ही खत्म हो जाऊगा। तुहानूं वो डॉक्टर जो पहले दिन तो कह रहे ने मास्क नहीं भुलना। अगर किसी नूं कोविड हो भी चुक्या उन्होंने भी देखो कि मास्क पहने, क्योंकि स्ट्रेनस बदलते। ये जिहड़े स्ट्रेन ने ना इस दे अपने इस करोना दे, इन्हां दी म्यूटेंट्स बन जाते हैं। एक पैटर्न एक तो दूसरा बन सकता है, दूसरा तो तीसरा बन सकता है। हुण कहंदे ने यूके स्ट्रेन हो आई है, यूके तो आई होनी है इत्थे। यूके वाले कहंदे ने इंडिया स्ट्रेन उत्थे पहुँच गई, पता नहीं कोई साउथ अफ्रीका तो स्ट्रेन है, कोई अर्जेंटीन तो स्ट्रेन है, कोई कित्थों आई रही है। स्ट्रेन का कुछ नहीं पता लग रहा। इस करके तुसीं वो जो बेसिक चीज़ां ने, मास्क पहनना, हत्थ धोने, सोशल डिस्टेंसिंग रखनी, ये जरूरी है। तुहानूं वैक्सीनस आउणगियां, जरूर आउणगियां, जरूर। हुण वर्ल्ड की कैपेसिटी वध रही है और अपने उरे भी वध रही है। इस वेले नहीं सानूं मिल रही जिन्नियां चाहीदियां ने, लेकिन करनियां चाहीदियां ने और प्रमोट करनी चाहिए। देखो मैं बैज पाया होया है, ਇਹਦਾ मतलब की है बैज का, और ये बैज असीं सारे भेज रहे हैं अपने थोड़े कोल ताकि तुसीं अपनी पिंडां दिखा दो। ਇਹਦਾ मतलब कि मैं वैक्सीनेशन लिते ने और थोड़े मैं दे रहे हैं थोड़े वास्ते। हर देखो गड्डी दे विच लगवाओ तुसीं, ਉਹਦੇ ਵਿੱਚ भी ये है कि मिशन फतेह और ਉਹਦਾ मतलब ये है वैक्सीनेशन असीं लगवाया है और जिहड़ा अपनी गड्डी 'ਚ लगवाया ਇਹਦੇ ਨਾਲ दूजे बार देख के भी समझ सकते हैं कि इस गड्डी 'ਚ वैक्सीन है, मैं भी जाके अपना लगवाना। सो एक किस्म की प्रमोशनल एक्टिविटी है इसनूं प्रमोट करने वास्ते, वैक्सीनेशन प्रमोट करने वास्ते। मैं अर्ज़ करदा कि तुसीं ये दिओगे, लोगों की गड्डियां चला दोगे और तुसीं आ भी दिओ ताकि उत्ते पहन लें और लोगों को पता लगे कि ये वैक्सीनेटेड बंदा है। ये इसलिए नहीं कि कोई बीमारी का ये नाल कनैक्शन है, ये सिर्फ प्रमोशनल एक्टिविटी है तुहानूं अगे वधाउण वास्ते, ताकि आप वैक्सीनेशन वास्ते तैयार होइए। और जदों वैक्सीन आउण लग जाण, वो पहली बार की गल ना होए कि 2 लाख वैक्सीन भेजता किसी और 90,000 तो ज़्यादा पंजाबी तैयार नहीं होए लाउण नूं। ਆਪਾਂ ਨੂੰ ਤਾਂ ਚਾਹੀਦਾ कि अगर 2 ਲੱਖ ਆਉਣ ਤਾਂ 10 ਲੱਖ ਤਿਆਰ ਹੋਣ कि जी ਸਾਡੇ ਵੱਲ ਸਾਨੂੰ ਵੀ ਲਗਾਓ और वो है प्रमोशनल वर्क। वो ਤੁਹਾਨੂੰ ਇਹ ਸੋਚਣਾ ਪਊ। ਇਹ 1 ਲੱਖ बैजेस मेरा ख्याल अज भेजे गए ने डिस्ट्रिक्ट और 4 ਲੱਖ कार स्टिकर भी भेजे गए ने ਤੁਹਾਡੇ ਕੋਲ। और वो सिंपल जैसे मैं ਤੁਹਾਨੂੰ ਦੱਸਿਆ आई एम वैक्सीनेटेड बस एक कहने की लोड़ है। ये अज तो शुरुआत कर देनी है आपां ने। और मैं एक लास्ट विच तुसी मेरे बच्चों, तुसी मेरे सारे मेरी बेटियां बेटे हो रहे हो, सुनते हो। मेरा ख्याल 500 जगह स्क्रीनां लगियां ने अपने और 500 लगा पंजाब दे विच तुसी 500 जगह से इसनूं सुन रहे हो। ये पंजाब थोड़ा है, तुसी हो पंजाब दे भविख। असी तो पता नहीं कितनी देर रहना है और चले जाना है, पर तुसी अपने पंजाब नूं मजबूत बनाना है और तकड़ा बनाना है। और थोड़ी जिम्मेवारी बनती है कि अपने पंजाब वास्ते तुसी जंग अपने मोढियां ते चक्को ये भार, और जाके तुसी जदों जंग आउंदा सारे इकट्ठे हो जाते हैं। मैं चाहुंदा कि सारे पंजाब के बच्चे इकट्ठे हो जान। असी तुहाडे नाल है, तुसी लगो अगे, असी नाल है तुहाडे। और आपां सारे रल के, चाहे गवर्नमेंट होए, चाहे पॉलिटिशियंस होण, चाहे प्राइवेट सिटीजनस होण, कोई भी होण, कॉलेज के बच्चे हो, तुसी स्कूल के बच्चे हो, तुसी सारे कोई टैक्नीकल इंस्टीट्यूट से बच्चे हो, सारे कुछ लगो इस काम च। आप सारे लग जाइए ना तो ये नाल अपना पंजाब आप बचा सकांगे। एक जेड़ा भी ये अपना रूरल करोना वॉलंटियर्स का अपना ग्रुप है, और 7 मैंबर ग्रुप जिस पिंड तो बनाउंदा है, उसनूं मैं मिनिस्ट्री ऑफ स्पोर्ट्स नूं कहा हर किट 7 बंदियां नूं अपने उन्हां दे अपने क्लब वास्ते स्पोर्ट्स किट दिओ। वो स्पोर्ट्स किट मिलू तुहानूं जिहड़ा तुसीं इस जंग दे विच हिस्सा पा के इस करोना नूं कंट्रीब्यूट रोकण वास्ते कंट्रीब्यूशन करोगे।
ਇਮੀਡੀਏਟਲੀ ਸਾਡੇ ਯੂਥ ਅਫੇਅਰਸ ਮਿਨਿਸਟਰੀ ਨੂੰ ਕਿਹਾ ਹੋਇਆ ਹੈ ਕਿ 15,000 ਕਿਟਸ ਇੱਕਦਮ ਤਿਆਰ ਕਰੋ ਤਾਂ ਕਿ ਡਿਲੇ ਨਾ ਹੋਏ। ਜਿੱਥੇ ਕੋਈ 7 ਮੈਂਬਰੀ ਕਮੇਟੀ ਬਣਦੀ ਹੈ ਔਰ ਆਪਣਾ ਕੰਮ ਸ਼ੁਰੂ ਕਰਦੇ ਹੋ, ਤੁਹਾਨੂੰ ਸਪੋਰਟਸ ਕਿਟ ਨਾਲ ਦੇ ਨਾਲ, ਤਾਂ ਕਿ ਤੁਸੀਂ ਆਪਣੀ ਖੇਡਾਂ ਵਿੱਚ ਵੀ ਤੁਸੀਂ ਹਿੱਸਾ ਕਰ ਸਕੋ। ਐਂਡ ਇਹ ਦੇਵਾਂਗੇ ਅਸੀਂ, ਇਹ ਤੁਹਾਨੂੰ ਵੇਟ ਕਰਨਾ ਪਊ 12 ਅਗਸਤ ਨੂੰ। 12 ਅਗਸਤ ਨੂੰ ਮੈਂ ਇਹ ਦੇਵਾਂਗਾ ਕਿਉਂਕਿ ਦੈਟ ਇਜ਼ ਇੰਟਰਨੈਸ਼ਨਲ ਯੂਥ ਡੇ, ਔਰ ਮੈਂ ਥੋੜ੍ਹਾ ਦਿਨ ਹੈ ਉਹ ਇੰਟਰਨੈਸ਼ਨਲ ਯੂਥ ਡੇ ਦੇ ਵਿੱਚ ਇਹ ਤੁਹਾਨੂੰ ਦੇਵਾਂਗੇ। ਲੇਕਿਨ ਜਿਹੜਾ ਸ਼ੁਰੂ ਹੋ ਜਾਊਗਾ ਉਹਦੀ ਐਲੋਕੇਸ਼ਨ ਇਮੀਡੀਏਟਲੀ ਹੋ ਜੂ ਔਰ ਫਿਜ਼ੀਕਲੀ ਤੁਹਾਨੂੰ ਪੜ੍ਹਾ ਦਾਂਗੇ ਅਸੀਂ 12 ਤਰੀਕ ਨੂੰ। ਸੋ ਤਕੜੇ ਹੋ ਔਰ ਯਾਦ ਰੱਖੋ, ਆਪਣੇ ਬਜ਼ੁਰਗਾਂ ਨੂੰ ਯਾਦ ਰੱਖੋ, ਆਪਣੇ ਪਿੰਡਾਂ ਨੂੰ ਯਾਦ ਰੱਖੋ ਕਿ ਤੁਸੀਂ ਉਹਨਾਂ ਦਾ ਜੰਗ ਲੜ ਰਹੇ ਹੋ, ਆਪਣੇ ਪੰਜਾਬ ਦਾ, ਦੇਸ਼ ਦਾ, ਸਭ ਕੁਛ ਇਹਦੇ ਵਿੱਚ ਹੀ ਆ ਜਾਂਦਾ ਹੈ। ਔਰ ਜੇ ਅਗਰ ਸ਼ੁਰੂਆਤ ਇੱਥੋਂ ਹੋਏ ਤਾਂ ਇੱਥੇ ਜ਼ਰੂਰ ਪੰਜਾਬ ਦੀ ਫਤਿਹ ਹੋਣੀ ਹੈ, ਇਹ ਫਤਿਹ ਨੰਬਰ 2 ਹੋਣਾ ਹੈ। ਔਰ ਆਪਾਂ ਇਹੋ ਜਿਹਾ ਕੰਮ ਕਰੀਏ ਕਿ ਫਤਿਹ 3 ਦੀ ਲੋੜ ਹੀ ਨਾ ਪਵੇ, ਇੱਥੇ ਹੀ ਆਪਾਂ ख़त्म ਕਰੀਏ ਇਸ ਕੰਮ ਨੂੰ। ਤਾਂ ਮੈਂ ਧੰਨਵਾਦੀ ਹਾਂ ਤੁਹਾਡਾ, ਜਿਹੜੇ ਸਾਰੇ ਤੁਸੀਂ ਸੁਣ ਰਹੇ ਹੋ। ਔਰ ਅਗਰ ਤੁਸੀਂ ਮੇਰੇ ਨਾਲ ਸਹਿਮਤ ਹੋ, ਔਰ ਮੈਨੂੰ ਪਤਾ ਹੈ ਕਿ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ, ਤਾਂ ਤੁਸੀਂ ਚੜ੍ਹਦੀ ਕਲਾ 'ਚ ਰਹੋ, ਆਪਣੇ ਪਰਿਵਾਰ ਤੁਹਾਡੇ ਚੜ੍ਹਦੀ ਕਲਾ 'ਚ ਰਹਿਣ ਔਰ ਤੁਸੀਂ ਸੁਖੀ ਰਹੋ ਸਾਰੇ ਹੀ। ਔਰ ਆਪਣੇ ਪਿੰਡਾਂ ਨੂੰ ਔਰ ਆਪਣੇ ਪਰਿਵਾਰਾਂ ਨੂੰ ਔਰ ਨਾਲ ਦੇ ਗੁਆਂਢੀਆਂ ਨੂੰ, ਉਹਨਾਂ ਨੂੰ ਵੀ ਤੁਸੀਂ ਤੰਦਰੁਸਤ ਔਰ ਸੁਖੀ ਰੱਖੋ। ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਹੀ ਆਪਾਂ ख़त्म ਕਰੀਏ ਇਸ ਕੰਮ ਨੂੰ। ਤੁਸੀਂ ਸੁਣ ਰਹੇ ਹੋ ਔਰ ਅਗਰ ਤੁਸੀਂ ਮੇਰੇ ਨਾਲ